ਹੈਲੋ ਸਟੂਡੈਂਟਸ, ਉਮੀਦ ਹੈ ਸਾਰੇ ਜਣੇ ਤੁਸੀਂ ਠੀਕ ਹੋਵੋਗੇ। ਤੁਹਾਡੇ ਘਰੇ ਵੀ ਸਭ ਠੀਕ ਹੋਊਗਾ। ਆਪਣੇ ਸੈਕਿੰਡ ਯੂਨਿਟ ਦਾ ਲਾਸਟ ਇੱਕ ਟੌਪਿਕ ਰਹਿੰਦਾ ਸੀ ਜਿਹਦੀ PDF ਮੈਂ ਤੁਹਾਨੂੰ ਸੈਂਡ ਕਰਤੀ ਸੀ, ਉਹਦੀ ਵੀਡੀਓ ਸੈਂਡ ਕਰਨੀ ਰਹਿੰਦੀ ਸੀ, ਲੇਟ ਹੋ ਗਈ ਵੀਡੀਓ ਥੋੜ੍ਹੀ ਜਿਹੀ। ਚਲੋ ਅੱਜ ਉਹਦੀ ਆਪਾਂ ਖਤਮ ਕਰ ਦਾਂਗੇ। ਸੈਕਿੰਡ ਯੂਨਿਟ ਜਿਹੜਾ ਹੈ ਖਤਮ ਹੋ ਜੂਗਾ ਬਿਲਕੁਲ ਹੀ। ਪਰ ਆਪਣੇ ਕੋਲ 13 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਨੇ, ਉਹਦੇ ਵਿੱਚ 2 ਯੂਨਿਟ ਆਉਣੇ ਨੇ ਅਤੇ 2 ਯੂਨਿਟ ਜਿਹੜੇ ਹੈਗੇ ਨੇ ਆਪਣੇ ਪੂਰੇ ਹੋ ਜਾਣਗੇ ਅੱਜ ਬਿਲਕੁਲ ਕੰਪਲੀਟ, PDF ਵੀ ਅਤੇ ਵੀਡੀਓ ਵੀ। ਤਾਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਹੀ ਬੜੇ ਮਿਹਨਤੀ ਜਵਾਕ ਹੋ, ਠੀਕ ਹੈ। ਅੱਛੇ ਨੰਬਰ ਲੈ ਕੇ ਤੁਸੀਂ ਹੁਣ ਤੱਕ ਆਪਣੀ 10ਵੀਂ ਦੇ ਵਿੱਚ ਅੱਛੇ ਨੰਬਰ ਲੈ ਕੇ ਪਾਸ ਹੋਏ ਹੋ। ਟੀਚਰਸ ਨੂੰ ਤੁਹਾਡੇ 'ਤੇ ਮਾਣ ਹੈ ਕਿ ਇਹ ਬੱਚੇ ਇੰਟੈਲੀਜੈਂਟ ਨੇ, ਤਾਂ ਹੀ ਤੁਸੀਂ ਜਿਹੜਾ ਹੈਗਾ ਉਹ ਸਾਇੰਸ ਗਰੁੱਪ ਹੈ ਜਿਹੜਾ ਉਹ ਅਡੋਪਟ ਕੀਤਾ। ਤਾਂ ਤੁਸੀਂ ਸਾਰੇ ਜਣੇ ਮਿਹਨਤ ਨਾਲ ਪੇਪਰ ਦਿਓਗੇ, ਤਿਆਰੀ ਕਰਕੇ ਪੇਪਰ ਦਿਓਗੇ, ਠੀਕ ਹੈ। ਪੇਪਰ ਜੋ ਤੁਹਾਨੂੰ ਮੈਂ PDF ਭੇਜੀਆਂ ਨੇ ਜਾਂ ਤੁਹਾਨੂੰ ਵੀਡੀਓ ਭੇਜੀਆਂ ਨੇ ਇਹਨਾਂ ਦੇ ਵਿੱਚੋਂ ਹੀ ਹੋਊਗਾ, ਠੀਕ ਹੈ। ਜੋ ਵੀਡੀਓ ਧਿਆਨ ਨਾਲ ਤੁਸੀਂ ਸੁਣੀਆਂ ਹੋਣਗੀਆਂ, ਕੰਸੈਪਟ ਧਿਆਨ ਨਾਲ ਸੁਣੇ ਹੋਣਗੇ, ਉਮੀਦ ਹੈ ਮੈਨੂੰ। ਤਾਂ ਤੁਹਾਨੂੰ ਅੱਜ ਸਾਰੀਆਂ ਵੀਡੀਓਜ਼ ਨੇ PDF ਨੇ ਦੁਬਾਰਾ ਭੇਜਤੀਆਂ ਗਰੁੱਪ 'ਚ, ਤਾਂ ਜੋ ਤੁਹਾਨੂੰ ਤਕਲੀਫ ਨਾ ਹੋਵੇ ਤਿਆਰੀ ਕਰਨ ਦੇ ਵਿੱਚ, ਠੀਕ ਹੈ। ਤਾਂ ਤੁਸੀਂ ਆਪਣਾ ਮਿਹਨਤ ਕਰਕੇ ਕੰਮ ਕਰਿਓ, ਤਿਆਰੀ ਕਰਿਓ ਅਤੇ ਸਾਰੇ ਪਹਿਲਾਂ ਚੈਪਟਰ ਯੂਨਿਟ 2 ਤੱਕ ਦੀਆਂ ਸਾਰੀਆਂ ਕਾਪੀਆਂ ਸਭ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਇਸ ਗੱਲ ਦਾ ਧਿਆਨ ਰੱਖੋ। ਸੋ ਚਲੋ ਸ਼ੁਰੂ ਕਰਦੇ ਹਾਂ। ਤਾਂ ਟੌਪਿਕ ਉਹਦਾ ਨਾਮ ਹੈਗਾ ਐਂਗੂਲਰ ਮੋਸ਼ਨ। ਹੁਣ ਐਂਗੂਲਰ ਮੋਸ਼ਨ ਜਿਹੜਾ ਆਪਾਂ ਇਸ ਤੋਂ ਪਹਿਲਾਂ ਕੀਤਾ ਸੀ ਉਹ ਹੈਗਾ ਸੀ ਲੀਨੀਅਰ ਮੋਸ਼ਨ। ਜਿੰਨੇ ਵੀ ਆਪਾਂ ਹੁਣ ਇਸ ਤੋਂ ਪਹਿਲਾਂ ਮੋਸ਼ਨ ਦੀ ਗੱਲਾਂ ਕੀਤੀਆਂ ਉਹ ਲੀਨੀਅਰ ਮੋਸ਼ਨ ਸੀਗਾ, ਮਤਲਬ ਇੱਕ ਬੋਡੀ ਜਿਹੜੀ ਹੈਗੀ ਸਟਰੇਟ ਲਾਈਨ ਦੇ ਵਿੱਚ ਮੂਵ ਕਰਦੀ ਹੈ, ਸਿੱਧੀ ਰੇਖਾ ਦੇ ਵਿੱਚ ਮੂਵ ਕਰਦੀ ਹੈ। ਪਰ ਹੁਣ ਸਾਡੇ ਕੋਲ ਜਿਹੜਾ ਮੋਸ਼ਨ ਹੈ ਉਹ ਇੱਕ ਸਰਕੂਲਰ ਪਾਥ 'ਤੇ ਐਂਗੂਲਰ ਮੋਸ਼ਨ ਹੈ। ਬੋਡੀ ਜਿਹੜੀ ਹੈਗੀ ਹੈ ਉਹ ਸਟਰੇਟ ਲਾਈਨ 'ਚ ਮੂਵ ਨਹੀਂ ਕਰ ਰਹੀ, ਉਹ ਇੱਕ ਸਰਕੂਲਰ ਪਾਥ 'ਤੇ ਜਿਹੜੀ ਹੈਗੀ ਉਹ ਮੂਵ ਕਰ ਰਹੀ ਹੈ। ਤਾਂ ਜਦੋਂ ਬੋਡੀ ਸਰਕੂਲਰ ਪਾਥ ਦੇ ਵਿੱਚ ਮੂਵ ਕਰਦੀ ਹੈ, ਉਹਨੂੰ ਆਪਾਂ ਉਹਦੇ ਵਿੱਚ ਕੀ ਚੇਂਜ ਹੋ ਰਿਹਾ, ਦੇਖੋ ਹੁਣ ਉਹ ਸਿੱਧੇ ਰਸਤੇ 'ਤੇ ਨਹੀਂ ਚੱਲ ਰਿਹਾ, ਉਹ ਇਸ ਤਰ੍ਹਾਂ ਗੋਲ ਗੋਲ ਰਸਤੇ 'ਤੇ ਚੱਲ ਰਿਹਾ। ਸਿੱਧੇ ਰਸਤੇ 'ਤੇ ਚੱਲਦੇ ਹੋਏ ਤਾਂ ਆਪਾਂ ਐਂ ਕਹਾਂਗੇ ਵੀ ਉਹ 300 ਮੀਟਰ ਚਲਾ ਗਿਆ, 400 ਮੀਟਰ ਚਲਾ ਗਿਆ, 500 ਮੀਟਰ, ਉਹਦਾ ਡਿਸਪਲੇਸਮੈਂਟ ਚੇਂਜ ਹੋ ਰਿਹਾ। ਪਰ ਸਰਕੂਲਰ ਮੋਸ਼ਨ ਦੇ ਵਿੱਚ ਤਾਂ ਜਿੰਨਾ ਉਹਦਾ ਰਸਤਾ ਹੈ ਉਹ ਰਸਤਾ ਤਾਂ ਉਨਾ ਹੀ ਰਹੂਗਾ, ਗੋਲ ਚੱਕਰ, ਠੀਕ ਹੈ। ਪਰ ਉਸ ਗੋਲ ਚੱਕਰ 'ਤੇ ਉਹ ਬਾਰ-ਬਾਰ ਘੁੰਮੀ ਜਾਊਗਾ। ਤਾਂ ਇਹਦੇ 'ਚ ਅਸੀਂ ਬਜਾਏ ਕਿ ਰਸਤੇ ਦੀ ਲੰਬਾਈ ਮਾਪਣ ਦੇ, ਅਸੀਂ ਇਹ ਮਾਪਦੇ ਹਾਂ ਕਿ ਉਹ ਪਹਿਲਾਂ ਕਿਹੜੀ ਪੋਜੀਸ਼ਨ 'ਤੇ ਸੀ ਅਤੇ ਕੁਝ ਸਮੇਂ ਬਾਅਦ ਉਹ ਕਿਹੜੀ ਪੋਜੀਸ਼ਨ 'ਤੇ ਚਲਾ ਗਿਆ। ਜਿਵੇਂ ਪਹਿਲਾਂ ਉਹ A ਪੋਜੀਸ਼ਨ 'ਤੇ ਸੀ, ਕੁਝ ਸਮੇਂ ਬਾਅਦ ਉਹ B ਪੋਜੀਸ਼ਨ 'ਤੇ ਪਹੁੰਚ ਗਿਆ। ਤਾਂ A ਤੋਂ B ਤੱਕ ਜਿਹੜਾ ਹੈਗਾ ਉਹ ਆਪਾਂ ਰਸਤਾ ਦੀ ਲੰਬਾਈ ਮਾਪਣ ਦੀ ਥਾਂ 'ਤੇ ਅਸੀਂ ਆਹ ਚੀਜ਼ ਮਾਪਦੇ ਹਾਂ। ਤੁਹਾਨੂੰ ਪਤਾ ਵੀ ਇਹਨੂੰ ਕੀ ਕਹਿੰਦੇ ਨੇ, ਐਂਗਲ। ਇਸੇ ਕਰਕੇ ਇਸ ਮੋਸ਼ਨ ਦਾ ਨਾਮ ਹੈਗਾ ਐਂਗੂਲਰ ਮੋਸ਼ਨ, ਠੀਕ ਹੈ। ਕਹਿੰਦਾ ਕੰਸੀਡਰ ਕਰੋ ਇੱਕ ਆਬਜੈਕਟ ਹੈ ਮੂਵਿੰਗ ਅਲੋਂਗ ਦਾ ਸਰਕੂਲਰ ਪਾਥ ਆਫ ਰੇਡੀਅਸ R, ਕਿ ਇੱਕ ਆਬਜੈਕਟ ਹੈ ਸਰਕੂਲਰ ਪਾਥ 'ਤੇ ਘੁੰਮ ਰਿਹਾ, ਉਹਦਾ ਰੇਡੀਅਸ ਜਿਹੜਾ ਆਹ ਰੇਡੀਅਸ ਹੁੰਦਾ ਆਪਾਂ ਨੂੰ ਪਤਾ ਸੈਂਟਰ ਤੋਂ ਲੈ ਕੇ ਜਿਹੜਾ ਸਰਕਮਫਰੈਂਸ ਹੁੰਦਾ ਉਸ ਤੱਕ ਦੀ ਦੂਰੀ, ਅਤੇ ਉਹ ਇੱਕ ਐਂਟੀ ਕਲੋਕਵਾਈਜ਼ ਡਾਇਰੈਕਸ਼ਨ। ਐਂਟੀ ਕਲੋਕਵਾਈਜ਼ ਦਾ ਮਤਲਬ ਕੀ ਹੈ, ਘੜੀ ਦੀਆਂ ਸੂਈਆਂ ਦੇ ਉਲਟ, ਜਿਵੇਂ ਮੈਂ ਤੀਰ ਮਾਰੇ ਨੇ ਘੜੀ ਦੀਆਂ ਸੂਈਆਂ ਦੇ ਉਲਟ, ਠੀਕ ਹੈ। ਇਨ ਦਾ ਪਲੇਨ ਆਫ ਪੇਪਰ, ਜਿਵੇਂ ਪਲੇਨ ਆਫ ਪੇਪਰ ਮਤਲਬ ਪੇਪਰ ਦੇ ਉੱਪਰ, ਆ ਪੇਪਰ ਦੇ ਉੱਪਰ ਹੈ, ਠੀਕ ਹੈ। ਲੈਟ ਐਕਸਿਸ ਆਫ ਦਾ ਸਰਕੂਲਰ ਮੋਸ਼ਨ ਵੀ ਪਾਸ ਥਰੂ ਦਾ O, ਹੁਣ ਆਹ O ਹੈ ਸੈਂਟਰ, ਇਹਦਾ ਐਕਸਿਸ ਕੀ ਹੁੰਦਾ, ਜਿਵੇਂ ਆਪਾਂ ਪੜ੍ਹਿਆ 10ਵੀਂ ਤੱਕ SS 'ਚ, ਐਕਸਿਸ ਧੁਰੀ, ਜਿਸ ਧੁਰੀ ਦੁਆਲੇ ਧਰਤੀ ਕੀ ਹੈ ਘੁੰਮਦੀ ਹੈ। ਤਾਂ ਉਸੇ ਤਰੀਕੇ ਨਾਲ ਇਹ ਚੱਕਰ ਦਾ ਐਕਸਿਸ ਮੰਨ ਲੈਂਦੇ ਆਪਾਂ, ਇੱਕ ਲਾਈਨ ਹੈ ਜਿਹੜੀ ਇਹਦੇ ਸੈਂਟਰ 'ਚੋਂ ਲੰਘਦੀ ਹੈ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਪੇਪਰ। ਤਾਂ ਉਹਦੀ ਡਾਇਰੈਕਸ਼ਨ ਕਿੱਦਾਂ ਹੋਊਗੀ ਐਕਸਿਸ ਦੀ, ਇਸ ਤਰ੍ਹਾਂ ਪੇਪਰ ਦੇ ਪਰਪੈਂਡੀਕੂਲਰ, ਸਰਕਲ ਬਣਿਆ ਹੋਇਆ ਪੇਪਰ ਦੇ ਉੱਪਰ, ਤਾਂ ਪੇਪਰ ਦੇ ਪਰਪੈਂਡੀਕੂਲਰ। ਲੈਟ ਪੋਜੀਸ਼ਨ ਆਫ ਦਾ ਆਬਜੈਕਟ, ਪਹਿਲਾਂ ਜਿਹੜੀ ਪੋਜੀਸ਼ਨ ਹੈ ਆਬਜੈਕਟ ਦੀ ਉਹ A ਸੀ, ਤੋਂ ਚੇਂਜ ਹੋ ਗਈ B, ਕਿੰਨੇ ਟਾਈਮ ਦੇ ਵਿੱਚ, ਕਿੰਨਾ ਟਾਈਮ ਲੱਗਿਆ ਉਹਨੂੰ A ਤੋਂ B ਜਾਣ 'ਚ, T ਸਮੇਂ ਦੇ ਵਿੱਚ। ਤਾਂ ਐਂਗਲ ਚੇਂਜ ਕਿੰਨਾ ਹੋ ਗਿਆ, ਆਹ ਐਂਗਲ, ਆਹ ਵਾਲਾ ਐਂਗਲ, ਇਹਨੂੰ ਆਪਾਂ ਨਾਮ ਦੇ ਦਿੰਦੇ ਹਾਂ ਥੀਟਾ, ਠੀਕ ਹੈ। ਦੇਅਰਫੋਰ ਡਿਊਰਿੰਗ ਦਾ ਇੰਟਰਵਲ T, ਇੰਟਰਵਲ ਮਤਲਬ ਕਿੰਨਾ ਸਮਾਂ ਲੱਗਿਆ, T ਇੰਟਰਵਲ ਦੇ ਵਿੱਚ ਰੇਡੀਅਸ ਵੈਕਟਰ ਆਹ ਵਾਲਾ, ਆਹ ਰੇਡੀਅਸ ਵੈਕਟਰ ਹੈ, ਇਹ ਸਵੀਪ ਕਰ ਗਿਆ। ਸਵੀਪ ਮਤਲਬ ਕਿ ਇਸ ਤਰ੍ਹਾਂ ਸੀ, ਇਹ ਇਸ ਤਰ੍ਹਾਂ ਘੁੰਮ ਗਿਆ, ਜਿਵੇਂ ਘੜੀ ਦੀ ਸੂਈ ਨਹੀਂ ਹੁੰਦੀ ਇੱਕ ਜਗ੍ਹਾ ਤੋਂ ਇਸ ਤਰ੍ਹਾਂ ਘੁੰਮ ਜਾਂਦੀ ਹੈ, ਸਵੀਪ ਕੀਤਾ, ਐਂਗਲ ਸਵੀਪ ਕਰ ਲਿਆ ਥੀਟਾ। ਕਿੰਨਾ ਐਂਗਲ ਬਣਾ ਲਿਆ, ਇੱਥੇ ਤੋਂ ਇਹ ਘੁੰਮ ਕੇ ਆਪਾਂ ਐਂ ਮੰਨ ਲਓ ਵੀ ਇਹ ਘੁੰਮ ਕੇ ਆਪਾਂ ਜਾਂ ਤਾਂ ਐਂ ਮੰਨੋਗੇ ਇਹ ਇੱਥੋਂ ਚੱਲ ਕੇ ਇੱਥੇ ਪਹੁੰਚ ਗਿਆ, ਪਰ ਜਦੋਂ ਇਹਦੇ ਨਾਲ ਜਦੋਂ A ਚੱਲ ਕੇ ਗਿਆ ਤਾਂ ਇਹ ਇੱਕ ਲਾਈਨ ਜੁੜੀ ਹੋਈ ਸੀ ਰੇਡੀਅਸ ਵੈਕਟਰ, ਇਹ ਨਾਲ ਘੁੰਮ ਕੇ ਇੱਥੇ ਪਹੁੰਚ ਗਈ। ਤਾਂ ਕਿੰਨੇ ਦਾ ਐਂਗਲ ਬਣ ਗਿਆ, ਇਹ ਰੇਡੀਅਸ ਵੈਕਟਰ ਨੇ ਕਿੰਨੇ ਦਾ ਐਂਗਲ ਬਣਾਤਾ, ਥੀਟਾ ਐਂਗਲ ਬਣਾਤਾ। ਸੋ ਇਹ ਥੀਟਾ ਜਿਹੜਾ ਐਂਗਲ ਹੈ ਦੈਟ ਇਜ਼ ਕਾਲਡ ਐਂਗੂਲਰ डिस्प्लेसमेंट, इसका नाम है एंगुलर डिस्प्लेसमेंट। तो लिखा कि जाता है थीटा, इट इज़ ए एंगल। तो इसकी डेफिनेशन की बनूगी, कहना दस एंगुलर डिस्प्लेसमेंट ऑफ ऑब्जेक्ट इन गिवन टाइम मूविंग अराउंड ए सर्कुलर पाथ इज डिफाइंड एज द एंगल ट्रेस्ड आउट बाय द रेडियस वैक्टर एट द सेंटर ऑफ द सर्कुलर पाथ इन द गिवन टाइम। दोबारा फिर एंगुलर डिस्प्लेसमेंट की है, कहता किसी ऑब्जेक्ट का गिवन टाइम के किन्ने टाइम किन्ना एंगल बनाया,
मूविंग इन ए सर्कुलर पाथ, जो सर्कुलर पाथ घूम रहा है, काहदे बराबर है, एंगल ट्रेसड, ट्रेसड मतलब किन्ने दा एंगल बनाया, आउट बाय द रेडियस वैक्टर, किन्ने बनाया, रेडियस वैक्टर ने, एट द सेंटर, सेंटर के उपर ऑफ द सर्कुलर पाथ, आ सर्कुलर पाथ है, आ सर्कुलर पाथ है, ਇਹਦਾ सेंटर है, ਇਹਦੇ सेंटर ਤੇ ਕਿੰਨੇ ਦਾ एंगल बनाया, थीटा, किन्ने बनाया, इस लाइन ने, ये लाइन की है रेडियस वैक्टर, जी इत्थों हिल के ਇੱਥੇ पहुँच गई टी समय के बाद, तो थीटा काहदे बराबर हुंदा है, हुण आपां नूं पता है, ठीक है, डिस्टेंस ਜਾਂ ਆਪਾਂ मैथ ਦੇ ਵਿੱਚ पढ़िया अपने थीटा बराबर हुंदा है आर्क बटा रेडियस, इत्थे किहड़ी आर्क है, आ वाली आर्क है, कित्थों तो कित्थे गए आपां, ए बी, दिस इज आर्क ए बी, तो रेडियस की है आर। सो एंगल थीटा जिहड़ा हैगा रिप्रजेंट करता है मैगनीट्यूड ऑफ द एंगुलर डिसप्लेसमेंट एंड एक्सप्रैसड इन द रेडियन, तो ये सानू ਜਿਹੜਾ ਇਹ थीटा है ये ਕੀ ਦੱਸਦਾ, एंगुलर डिसप्लेसमेंट ਦੱਸਦਾ है, ਤੇ ਇਹਦੀ ਯੂਨਿਟ ਦਾ ਨਾਮ ਕੀ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ, ਜੇ ਤੁਹਾਨੂੰ ਯਾਦ ਹੋਵੇ ਪਹਿਲੇ ਯੂਨਿਟ ਦੇ ਵਿੱਚ ਰੇਡੀਅਨ ਇਹਦਾ ਜਿਹੜਾ ਹੈਗਾ ਉਹ ਯੂਨਿਟ ਦਾ ਨਾਮ ਹੈ। ਇਹਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੋਊਗਾ, ਯਾਦ ਹੋਵੇ ਤੁਹਾਨੂੰ, ਜੇ ਆਪਾਂ ਪਹਿਲੇ ਯੂਨਿਟ 'ਚ ਪੜ੍ਹਿਆ ਸੀ ਡਾਇਮੈਂਸ਼ਨਲ ਫਾਰਮੂਲਾ, ਤਾਂ ਇਹਦਾ ਕੋਈ ਵੀ ਡਾਇਮੈਂਸ਼ਨਲ ਫਾਰਮੂਲਾ ਨਹੀਂ ਹੈਗਾ, ਨੋ ਡਾਇਮੈਂਸ਼ਨਲ ਫਾਰਮੂਲਾ, ਕਿਉਂ ਨਹੀਂ ਹੈਗਾ, ਉੱਪਰ ਕੀ ਹੈ ਆਰਕ, ਆਰਕ ਆ ਕੀ ਹੈ ਆਰਕ, ਇਹ ਆ ਨੂੰ ਬੋਲਾਂਗੇ ਆਪਾਂ ਆਰਕ, ਆਰਕ ਵੀ ਕੀ ਹੈ ਲੈਂਥ, रेडियस ये भी की है एक लेंथ, तो लेंथ नाल लेंथ कट गया, एक बच गया, तो एक का कोई भी डिमेंशनल फार्मूला नहीं होंदा हैगा। सो एंगुलर डिसप्लेसमेंट जिहड़ा हैगा एक वैक्टर क्वांटिटी है, इट इज़ अ वैक्टर क्वांटिटी, वैक्टर क्वांटिटी मतलब कि इहदा साडे कोल की होऊगा, डायरैक्शन होगी। सो जदों भी आपां इहदे कम्यूटेटिव लॉ ऑफ वैक्टर एडिशन जिहड़ा हैगा फॉर लार्ज एंगल इज नॉट वैलिड, की मतलब कि आपां कह दिंदे आ एंगल कम्यूटेटिव लॉ की सीगा, ए प्लस बी इज इक्वल टू बी प्लस ए, एक कम्यूटेटिव लॉ है, पर ये लार्ज एंगल्स वास्ते ये लागू नहीं होंदा, नहीं काम करता, क्यों नहीं करता, क्योंकि जे आपां मन्नीए कि पहला तो मैं इस इत्थे सी, तो मैं इस इत्थे पहुँच गया, ठीक है, इनू आपां थीटा 1 कह दिंदे आ, फिर इत्थे तो इत्थे पहुँच गया, इनू आपां थीटा 2 कह दिंदे आ, तो थीटा 1 प्लस थीटा 2, ठीक है, ये साडे कोले सेम होऊगा थीटा 2 प्लस थीटा 1 दे, नहीं होऊगा, क्योंकि ये डायरैक्शन का रौला है, एक बारी असीं इधर नूं गए हाँ, जे एक नूं आपां पॉजिटिव डायरैक्शन मन्नांगे, जे दूजी बारी इधरों आवांगे तो आपां नैगेटिव डायरैक्शन मन्नांगे, तो एक डायरैक्शन च आपां पॉजिटिव मन्नांगे, एक नूं आपां की मन्नांगे नैगेटिव मन्नांगे, इसलिए बराबर नहीं होना हैगा, ठीक है। हाँ स्मॉल एंगल वास्ते नूं मान लैंदे आ, इट्स डायरैक्शन डिपेंड अपॉन द सेंस ऑफ रोटेशन ऑफ द ऑब्जैक्ट एंड इट इज गिवन बाय द राइट हैंड रूल, तो सानू जिहड़ी डायरैक्शन है थीटे दी वो कित्थों पता लगदी है, राइट हैंड रूल, पहला भी पढ़ चुके आपां, जे तुहानूं याद होवे राइट हैंड रूल कित्थे पढ़िया सीगा, जे तुहानूं याद है ये पढ़िया सी अपने वैक्टर क्रॉस, वैक्टर प्रोडक्ट सी या क्रॉस प्रोडक्ट सी, वो च पढ़िया सी आपां ने, की सीगा जे तुहानूं याद है कि इफ द कर्वेचर ऑफ द फिंगर ऑफ द राइट हैंड रिप्रजेंट द सेंस ऑफ रोटेशन ऑफ द ऑब्जैक्ट, जे कर्वेचर सानूं ये दसे कि किधर नूं घूम रहा है, बॉडी किधर नूं घूम रही है, डायरैक्शन की है घूमण दी, तो थंब की दसदा हुंदा है, जो परपेंडिकुलर हुंदा है कर्वेचर दे, वो डायरैक्शन दसूगा कादी, थीटे दी, आ देखो हुण आ देखो मेरी उंगलियां की गुलाई देखो ध्यान नाल, मेरे हत्थ नूं देखो, आ उंगली की गुलाई, ये किवें है एंटी क्लॉकवाइज, ये वांगू ही है ना, जिवें आ तीर वजे हुए हैं एंटी क्लॉकवाइज, तो अंगूठा जो कि इन्हां उंगलियां दे परपेंडिकुलर है, वो की दस रहा सानू थीटे की डायरैक्शन, तो थीटे की डायरैक्शन किधर नूं है, ये इस तरीके नाल, इस पेपर दे परपेंडिकुलर, थीटे की डायरैक्शन पेपर दे परपेंडिकुलर है। उम्मीद है तुहानूं इत्थे तक समझ आ गया होगा। अगला जिहड़ा साडा टॉपिक है दैट इज़ एंगूलर वेलोसिटी, सेम उही टर्म्स आउणगीआं जिहड़ियां आपां ने पहलां लीनियर मोशन च पढ़ियां ने, पहलां आपां ने पढ़िया सीगा लीनियर डिसप्लेसमेंट, फिर आपां पढ़िया लीनियर वेलोसिटी, फिर पढ़िया अपने लीनियर एक्सलेशन, उम्मीद आप पढ़ांगे हम एंगूलर मोशन, वो एंगूलर डिसप्लेसमेंट, एंगूलर वेलोसिटी, एंगूलर एक्सलेशन, ठीक है, वो स्ट्रेट लाइन पाथ विच सी, एक ही ने एंगूलर पाथ विच है, तो एक इहदी डेफिनेशन की होगी, जिवें ओहदी डेफिनेशन सी उवें इहदी है, वेलोसिटी की डेफिनेशन की सी, रेट ऑफ चेंज ऑफ डिसप्लेसमेंट विद रिस्पैक्ट टू टाइम, ठीक है, इहदे विच क्या होगा, रेट ऑफ चेंज ऑफ एंगूलर डिसप्लेसमेंट, रेट ऑफ चेंज ऑफ एंगूलर डिसप्लेसमेंट विद रिस्पैक्ट टू टाइम, तो एंगूलर velocity is equal to angular displacement upon time। हुण एंगुलर डिसप्लेसमेंट की है थीटा, टाइम टी, तो एंगुलर वेलोसिटी दी जिहड़ा
ਸਿੰਬਲ ਹੈ ਉਹ ਕੀ ਹੈ, ਅਮੇਗਾ। W ਨਹੀਂ ਹੈਗਾ ਇਹ, ਦੈਟ ਇਜ਼ ਅਮੇਗਾ। ਇਹ ਇਸ ਤਰ੍ਹਾਂ ਗੁਲਾਈ 'ਚ ਹੁੰਦਾ ਹੈ, ਥੋੜ੍ਹਾ ਜਿਹਾ ਗੁਲਾਈ 'ਚ ਅਮੇਗਾ, ਠੀਕ ਹੈ। ਸਮਾਲ W ਨਹੀਂ ਹੈਗਾ, ਓਮੇਗਾ। ਤਾਂ ਇਹਨੂੰ ਆਪਾਂ ਬੋਲਦੇ ਹਾਂ ਐਂਗੂਲਰ ਵੈਲੋਸਿਟੀ। ਤਾਂ ਇਹਦੇ ਡਾਇਮੈਂਸ਼ਨਲ ਫਾਰਮੂਲਾ ਕੀ ਹੋਊਗਾ? ਹੁਣ ਇਹਦਾ ਤਾਂ ਡਾਇਮੈਂਸ਼ਨਲ ਫਾਰਮੂਲਾ ਕੋਈ ਹੁੰਦਾ ਨਹੀਂ, 1 ਸੀ ਆਪਾਂ ਲਿਖਿਆ। ਟਾਈਮ ਦਾ ਕੀ ਹੁੰਦਾ ਹੈ? T। ਤਾਂ ਇਹ ਕੀ ਬਣ ਗਿਆ? ਕੀ ਲਿਖਾਂਗੇ ਆਪਾਂ? MLT। M ਹੈਗਾ ਇਹ 'ਚ ਕਿਤੇ? ਨਹੀਂ ਹੈਗਾ, ਤਾਂ ਪਾਵਰ 0। L ਹੈਗਾ? ਨਹੀਂ ਹੈਗਾ। T ਹੈਗਾ? ਹੈਗਾ। ਉਹਦੀ ਪਾਵਰ ਕਿੰਨੀ ਆਊਗੀ? T ਉੱਪਰ ਜਾਊਗਾ, ਨੀਚੇ ਹੈ ਨਾ, T ਉੱਪਰ ਜਾਊਗਾ, ਤਾਂ ਉੱਪਰ ਜਾ ਕੇ ਕੀ ਬਣੂਗੀ? ਇਹਦੀ ਪਾਵਰ -1, ਠੀਕ ਹੈ। ਯੂਨਿਟ ਕੀ ਬਣੂਗੀ? ਉਹਦੀ ਯੂਨਿਟ ਹੈਗੀ ਹੈ ਰੇਡੀਅਨ। ਟਾਈਮ ਦੀ ਕੀ ਹੁੰਦੀ ਹੈ? ਸੈਕਿੰਡ। ਤਾਂ ਯੂਨਿਟ ਬਣ ਗਈ ਰੇਡੀਅਨ ਪਰ ਸੈਕਿੰਡ। ਸਮਝ ਲੱਗੀ ਮੇਰੀ ਗੱਲ? ਹੁਣ ਉਸ ਤੋਂ ਬਾਅਦ ਕਹਿੰਦਾ ਕੰਸੀਡਰ ਕਰੋ ਇੱਕ ਪੁਆਇੰਟ ਆਬਜੈਕਟ ਹੈ, ਉਹ ਸਰਕੂਲਰ ਪਾਥ ਦੇ ਵਿੱਚ ਘੁੰਮ ਰਿਹਾ ਜਿਹਦਾ ਸੈਂਟਰ O ਹੈ। ਤਾਂ ਮੰਨ ਲਓ ਉਹ P ਤੋਂ Q ਪੁਆਇੰਟ 'ਤੇ ਚਲਾ ਗਿਆ ਡੈਲਟਾ ਟਾਈਮ T ਦੇ ਵਿੱਚ। ਦੇਖੋ ਫਿਰ ਇੱਥੇ ਦੇਖੋ ਡਾਇਗਰਾਮ ਨੂੰ, ਸਰਕੂਲਰ ਪਾਥ ਹੈ ਇਹ, ਸੈਂਟਰ ਕੀ ਇਹਦਾ? O ਹੈ। ਪਹਿਲਾਂ ਕੋਈ ਬੋਡੀ ਇੱਥੇ P ਪੁਆਇੰਟ 'ਤੇ ਹੈ, ਥੋੜ੍ਹੇ ਟਾਈਮ ਬਾਅਦ ਕਿੱਥੇ ਪਹੁੰਚ ਗਈ? Q ਪੁਆਇੰਟ 'ਤੇ ਪਹੁੰਚ ਗਈ। ਕਿੰਨਾ ਐਂਗਲ ਬਣਾ ਲਿਆ? ਇਹਨੂੰ ਆਪਾਂ ਨਾਂ ਦਿੱਤਾ ਡੈਲਟਾ ਥੀਟਾ, ਠੀਕ ਹੈ। ਅਮੇਗਾ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਊਗੀ? ਅਮੇਗਾ ਦੀ ਡਾਇਰੈਕਸ਼ਨ ਵੀ ਉੱਧਰ ਨੂੰ ਹੀ ਹੋਊਗੀ। ਡਾਇਰੈਕਸ਼ਨ ਆਫ ਅਮੇਗਾ ਇਜ਼ ਸੇਮ ਐਜ਼ ਦੈਟ ਆਫ ਥੀਟਾ। ਹੁਣ ਥੀਟਾ ਦੀ ਡਾਇਰੈਕਸ਼ਨ ਕਿੱਧਰ ਨੂੰ ਸੀ? ਸੈਂਟਰ ਤੋਂ ਪਰਪੈਂਡੀਕੂਲਰ। ਤਾਂ ਇਹਦੀ ਵੀ ਕਿੱਧਰ ਨੂੰ ਹੈ? ਸੈਂਟਰ ਤੋਂ ਪਰਪੈਂਡੀਕੂਲਰ, ਸੈਂਟਰ ਤੋਂ ਪਰਪੈਂਡੀਕੂਲਰ। ਸਮਝ ਲੱਗੀ ਗੱਲ? ਇਹ ਕਦੋਂ ਹੈ? ਜਦੋਂ ਮੋਸ਼ਨ ਜਿਹੜਾ ਹੈਗਾ ਉਹ ਐਂਟੀ ਕਲੋਕਵਾਈਜ਼ ਹੁੰਦਾ ਹੈ ਨਾ, ਅੰਗੂਠੇ ਦੀ, ਅੰਗੂਠਾ ਜੇ ਉਂਗਲਾਂ ਦੀ ਗੁਲਾਈ ਜਿਹੜੀ ਐਂਟੀ ਕਲੋਕਵਾਈਜ਼ ਤਾਂ ਅੰਗੂਠਾ ਉੱਪਰ ਨੂੰ ਹੈ। ਜੇ ਉਂਗਲਾਂ ਦੀ ਗੁਲਾਈ ਕਲੋਕਵਾਈਜ਼ ਹੋਗੀ ਤਾਂ ਅੰਗੂਠਾ ਕਿੱਧਰ ਨੂੰ ਹੋ ਜਾਊਗਾ? ਨੀਚੇ ਨੂੰ ਹੋ ਜਾਊਗਾ। ਤਾਂ ਅਮੇਗਾ ਕਾਹਦੇ ਬਰਾਬਰ ਆ ਗਿਆ? ਚੇਂਜ ਆਫ ਐਂਗਲ। ਐਂਗਲ ਕਿੰਨਾ ਬਦਲਿਆ? ਚੇਂਜ ਆਫ ਟਾਈਮ। ਟਾਈਮ ਕਿੰਨਾ ਚੇਂਜ ਹੋਇਆ? ਹੁਣ ਇੱਥੇ ਚਾਹੇ ਤਾਂ ਟਾਈਮ ਡੈਲਟਾ T ਲਿਖ ਲਓ, ਚਾਹੇ ਇਕੱਲਾ T ਲਿਖ ਲਓ। ਆਪਾਂ ਉੱਪਰ ਕਿਉਂਕਿ ਡੈਲਟਾ ਲਾਇਆ ਇਹਦੇ ਨਾਲ, ਇੱਥੇ ਆਪਾਂ ਇਹਦੇ ਨਾਲ ਵੀ ਡੈਲਟਾ T ਲਾ ਦਿੰਦੇ ਹਾਂ। ਤਾਂ ਇਹ ਕੀ ਸਾਡੇ ਕੋਲ ਆ ਗਿਆ? ਐਂਗੂਲਰ ਵੈਲੋਸਿਟੀ ਆ ਗਿਆ, ਠੀਕ ਹੈ। ਤਾਂ ਐਂਗੂਲਰ ਵੈਲੋਸਿਟੀ ਵੀ ਇੱਕ ਵੈਕਟਰ ਕੁਆਂਟਿਟੀ ਦਾ ਪਤਾ ਹੀ ਹੈ। ਜੇ ਆਹ ਵੈਕਟਰ ਹੈ ਤਾਂ ਆਹ ਵੀ ਵੈਕਟਰ ਹੋਊਗਾ, ਤਾਂ ਇਹਦੇ ਉੱਪਰ ਆਪਾਂ ਵੈਕਟਰ ਪਾ ਦਿੰਦੇ ਹਾਂ, ਠੀਕ ਹੈ। ਫॉर ਐਂਟੀ ਕਲੋਕਵਾਈਜ਼ ਡਾਇਰੈਕਸ਼ਨ, ਜੇ ਡਾਇਰੈਕਸ਼ਨ ਐਂਟੀ ਕਲੋਕਵਾਈਜ਼ ਹੈ ਤਾਂ ਅਮੇਗਾ ਦੀ ਡਾਇਰੈਕਸ਼ਨ ਜੇ ਆਪਾਂ ਰਾਈਟ ਹੈਂਡ ਰੂਲ ਆਹੀ ਲੱਗੂਗਾ, ਰਾਈਟ ਹੈਂਡ ਰੂਲ, ਉਹਦੇ ਨਾਲ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਪੇਪਰ ਹੋਊਗੀ, ਪੇਪਰ ਦੇ ਪਰਪੈਂਡੀਕੂਲਰ, ਸਿੱਧਾ ਉੱਪਰ ਨੂੰ। ਜੇ ਕਲੋਕਵਾਈਜ਼ ਹੈ ਤਾਂ ਉਹ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਪੇਪਰ ਹੋਊਗੀ, ਪਰ ਇਨਵਰਡ, ਪਹਿਲੀ ਅਪਵਰਡ ਉੱਪਰ ਨੂੰ। ਜੇ ਕਲੋਕਵਾਈਜ਼ ਘੁੰਮ ਰਹੀ ਹੈ ਬੋਡੀ ਤਾਂ ਨੀਚੇ ਨੂੰ, ਠੀਕ ਹੈ। ਜੇ ਕਲੋਕਵਾਈਜ਼ ਘੁੰਮ ਰਹੀ ਹੈ ਤਾਂ ਨੀਚੇ ਨੂੰ ਕਹਾਂਗੇ ਪਰਪੈਂਡੀਕੂਲਰ ਇਨਵਰਡ। ਤਾਂ ਇੰਪੋਰਟੈਂਟ ਤੋਂ ਕਹਿੰਦਾ ਨੋਟ ਇਹ ਹੈ ਕਿ ਨਥਿੰਗ ਐਕਚੁਅਲੀ ਮੂਵ ਇਨ ਦਾ ਡਾਇਰੈਕਸ਼ਨ ਆਫ ਦਾ ਐਂਗੂਲਰ ਵੈਲੋਸਿਟੀ। ਹਾਂ, ਪਰ ਇੱਕ ਗੱਲ ਧਿਆਨ ਦੇਣ ਵਾਲੀ ਗੱਲ ਹੈ। ਹੁਣ ਸਿਰਫ ਇੱਥੇ ਇਹ ਗੱਲ ਸੋਚੋ ਵੀ ਇਹਦੇ ਵਿੱਚ ਕੀ, ਹੁਣ ਆਪਾਂ ਪਹਿਲਾਂ ਜਿਹੜਾ ਪੜ੍ਹਿਆ ਸੀਗਾ ਲੀਨੀਅਰ ਮੋਸ਼ਨ ਪੜ੍ਹਿਆ, ਐਂਗੂਲਰ ਵੈਲੋਸਿਟੀ ਦੀ ਵੈਲੋਸਿਟੀ ਦੀ ਡਾਇਰੈਕਸ਼ਨ ਜਿਹੜੀ ਹੈਗੀ ਆ ਉਹ ਲਗਭਗ ਉਸੇ ਡਾਇਰੈਕਸ਼ਨ 'ਚ ਹੁੰਦੀ ਹੈ ਜਿੱਧਰ ਬੋਡੀ ਮੂਵ ਕਰਦੀ ਹੈ। ਹੁਣ ਬੋਡੀ ਘੁੰਮ ਤਾਂ ਇਸ ਪੇਪਰ ਦੇ ਉੱਪਰ ਗੋਲ ਗੋਲ ਇਸ ਤਰ੍ਹਾਂ ਰਹੀ ਹੈ, ਪਰ ਐਂਗੂਲਰ ਵੈਲੋਸਿਟੀ ਡਾਇਰੈਕਸ਼ਨ ਕਿੱਧਰ ਨੂੰ ਹੈ? ਇਹਦੇ ਪਰਪੈਂਡੀਕੂਲਰ ਹੈ ਜਾਂ ਪਰਪੈਂਡੀਕੂਲਰ ਇਨਵਰਡ ਹੈ। ਮਤਲਬ ਜਿੱਧਰ ਨੂੰ ਐਂਗੂਲਰ ਵੈਲੋਸਿਟੀ ਦੀ ਡਾਇਰੈਕਸ਼ਨ ਹੈ ਉੱਧਰ ਨੂੰ ਐਕਚੁਅਲ 'ਚ ਕੋਈ ਮੋਸ਼ਨ ਨਹੀਂ ਹੈਗਾ। ਮੋਸ਼ਨ ਤਾਂ ਪਲੇਨ ਆਫ ਪੇਪਰ ਦੇ ਉੱਪਰ ਹੋ ਰਿਹਾ ਹੈ। ਮੋਸ਼ਨ ਤਾਂ ਇਸ ਤਰ੍ਹਾਂ ਹੋ ਰਿਹਾ ਪੇਪਰ ਦੇ ਉੱਪਰ, ਪਲੇਨ ਦੇ ਪੇਪਰ ਦੇ ਪਲੇਨ ਦੇ ਵਿੱਚ, ਪਰ ਡਾਇਰੈਕਸ਼ਨ ਕਿੱਧਰ ਨੂੰ ਹੈ? ਉਹ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਪੇਪਰ ਹੈ, ਠੀਕ ਹੈ। ਚਾਹੇ ਅਪਵਰਡ ਹੈ ਚਾਹੇ ਇਨਵਰਡ ਹੈ। ਮਤਲਬ ਜਿੱਧਰ ਨੂੰ ਐਂਗੂਲਰ ਵੈਲੋਸਿਟੀ ਡਾਇਰੈਕਸ਼ਨ ਹੈ ਐਕਚੁਅਲ 'ਚ ਉਸ ਡਾਇਰੈਕਸ਼ਨ ਦੇ ਵਿੱਚ ਕੁਝ ਵੀ ਮੂਵ ਨਹੀਂ ਹੋ ਰਿਹਾ ਹੈਗਾ। ਇਹ ਗੱਲ ਨੋਟ ਕਰਨ ਵਾਲੀ ਹੈ। ਇਹ ਸਿੰਪਲੀ ਕਹਿੰਦਾ ਇਹ ਰਿਪਰੈਜ਼ੈਂਟ ਕਰਦਾ ਰੋਟੇਸ਼ਨਲ ਮੋਸ਼ਨ ਇਜ਼ ਟੇਕਿੰਗ ਪਲੇਸ ਇਨ ਦਾ ਪਲੇਨ ਪਰਪੈਂਡੀਕੂਲਰ ਟੂ ਇਟ। ਇਹ ਸਿਰਫ ਕਹਿੰਦਾ ਇਹ ਸ਼ੋ ਕਰਦਾ ਜਿੱਧਰ ਨੂੰ ਇਹਦੀ ਡਾਇਰੈਕਸ਼ਨ ਹੈ, ਮੋਸ਼ਨ ਐਕਚੁਅਲ 'ਚ ਕਿੱਧਰ ਨੂੰ ਹੋ ਰਿਹਾ। ਹੁਣ ਡਾਇਰੈਕਸ਼ਨ ਇਹਦੀ ਇੱਧਰ ਨੂੰ ਹੈ ਤਾਂ ਮੋਸ਼ਨ ਕਿੱਧਰ ਨੂੰ ਹੋ ਰਿਹਾ? ਇਹਦੇ ਪਰਪੈਂਡੀਕੂਲਰ 'ਤੇ ਜਿਹੜਾ ਕੋਈ ਪਲੇਨ ਹੈ, ਪਲੇਨ ਇਸ ਤਰ੍ਹਾਂ, ਇਹ ਇਸ ਤਰ੍ਹਾਂ ਪਲੇਨ, ਇਹ ਇਸ ਤਰ੍ਹਾਂ 2 ਡਾਇਮੈਂਸ਼ਨਲ ਜਿਵੇਂ ਪੇਜ ਹੈ, ਇਹਦੇ ਪਰਪੈਂਡੀਕੂਲਰ। ਫਿਰ ਅੱਗੇ ਆ ਗਿਆ ਰਿਲੇਸ਼ਨ ਬਿਟਵੀਨ ਅਮੇਗਾ ਐਂਗੂਲਰ ਵੈਲੋਸਿਟੀ ਐਂਡ V ਲੀਨੀਅਰ ਵੈਲੋਸਿਟੀ। ਮਤਲਬ ਰਿਲੇਸ਼ਨ ਬਿਟਵੀਨ V ਐਂਡ ਓਮੇਗਾ, V ਤੇ ਓਮੇਗਾ ਦੇ ਵਿਚਾਲੇ ਦਾ ਰਿਲੇਸ਼ਨ ਕੀ ਹੈ। ਹੁਣ ਇਹਨੂੰ ਸਮਝਣ ਵਾਸਤੇ ਮੰਨ ਲਓ ਸਾਡੇ ਕੋਲ ਉਹੀ ਕਿ ਸਾਡੇ ਕੋਲ ਇੱਕ ਓਬਜੈਕਟ ਹੈ, ਉਹ ਅਮੇਗਾ ਐਂਗੂਲਰ ਵੈਲੋਸਿਟੀ ਦੇ ਨਾਲ ਸਰਕੂਲਰ ਮੋਸ਼ਨ ਕਰ ਰਿਹਾ ਹੈ। ਦੇਖੋ
ਆ ਸਾਡੇ ਕੋਲ ਇੱਕ ਪਾਥ ਹੈ, ਆ ਸੈਂਟਰ O ਹੈ, ਠੀਕ ਹੈ। ਤਾਂ ਪਹਿਲਾਂ ਜਿਹੜਾ ਕੋਈ ਆਬਜੈਕਟ ਹੈ ਉਹ ਇਸ ਪੁਆਇੰਟ 'ਤੇ ਹੈ P, ਆਓ ਤਾਂ ਇੱਥੇ ਥੋੜ੍ਹੇ ਟਾਈਮ ਬਾਅਦ ਕਿੱਥੇ ਪਹੁੰਚ ਗਿਆ ਜੀ, ਉਹ Q ਪੁਆਇੰਟ 'ਤੇ ਪਹੁੰਚ ਗਿਆ। ਆ ਐਂਗਲ ਚੇਂਜ ਹੋਇਆ, ਇਹਦਾ ਕਿੰਨਾ ਹੋਇਆ, ਡੈਲਟਾ ਥੀਟਾ, ਠੀਕ ਹੈ। ਪਹਿਲਾਂ ਸੀ ਇਹਦਾ ਜਿਹੜਾ ਰੇਡੀਅਸ ਵੈਕਟਰ ਹੈ ਉਦੋਂ R ਹੈ। ਹੁਣ ਇਹ ਕਿਉਂਕਿ ਇੱਥੇ ਤੋਂ ਇੱਥੇ ਤੱਕ ਚਲਾ ਗਿਆ ਤਾਂ ਆ ਜਿਹੜਾ ਇਹਨੇ ਜਿਹਨੂੰ ਆਪਾਂ ਬੋਲਾਂਗੇ ਲੀਨੀਅਰ ਡਿਸਪਲੇਸਮੈਂਟ, ਇਹ ਹੁਣ ਐਂਗੂਲਰ ਨਹੀਂ ਹੈਗਾ, ਲੀਨੀਅਰ ਡਿਸਪਲੇਸਮੈਂਟ, ਠੀਕ ਹੈ। ਪਹਿਲਾਂ R ਸੀ, ਹੁਣ R ਪਲੱਸ ਡੈਲਟਾ R ਹੋ ਗਿਆ। ਇਹ ਥੋੜ੍ਹੀ ਜਿਹੀ ਸਮਝਣ ਵਾਲੀ ਚੀਜ਼ ਹੈ, ਇਹਦੇ ਵਿੱਚ ਬੱਚੇ ਬਹੁਤ ਉਲਝਦੇ ਨੇ। ਕਿਵੇਂ ਉਲਝਦੇ ਨੇ ਸਰ? ਕਹਿਣਗੇ ਆਹ ਦੇਖੋ ਇਹ ਤਾਂ R ਸੀ ਜੀ, ਇਹ ਵੀ ਰੇਡੀਅਸ ਹੈ, ਇਹ ਵੀ ਰੇਡੀਅਸ ਹੈ, ਜੇ ਇਹ R ਹੈ ਤਾਂ ਇਹ R ਪਲੱਸ ਡੈਲਟਾ R ਕਿਵੇਂ ਹੋ ਗਿਆ? ਔਰ ਗੱਲ ਵੀ ਸਹੀ ਹੈ, ਮੈਥ ਦੇ ਵਿੱਚ ਜੇ ਆਪਾਂ ਰੇਡੀਅਸ ਇੱਕ 5 ਹੈ ਤਾਂ ਦੂਜਾ ਵੀ ਤਾਂ 5, ਜਿੰਨੇ ਰੇਡੀਅਸ ਹੁੰਦੇ ਸਾਰੇ 5 ਲੈਂਦੇ ਹਾਂ। ਪਰ ਇੱਥੇ ਥੋੜ੍ਹਾ ਜਿਹਾ ਗੱਲ ਸਮਝਣ ਵਾਲੀ ਹੈ, ਵੈਕਟਰ ਹੈ ਇਹ, ਇਹਦੇ 'ਚ ਵੈਕਟਰ ਐਡੀਸ਼ਨ ਹੋ ਰਿਹਾ ਹੈ ਤਾਂ ਇਹਦੀ ਡਾਇਰੈਕਸ਼ਨ ਇੱਧਰ ਨੂੰ ਹੈ, ਇਹਦੀ ਡਾਇਰੈਕਸ਼ਨ ਇੱਧਰ ਨੂੰ ਹੈ। ਹੁਣ ਇੱਕ ਆ ਜਿਹੜੀ ਚੀਜ਼ ਜੁੜੀ ਹੈ, ਹੁਣ ਤੁਸੀਂ ਟ੍ਰਾਇੰਗਲ ਆ ਦੇਖੋ, ਆਪਾਂ ਪੜ੍ਹਿਆ ਨਾ ਟ੍ਰਾਇੰਗਲ ਆ, ਇੱਕ ਵੈਕਟਰ, ਆ ਦੋ ਵੈਕਟਰ, ਠੀਕ ਹੈ, ਆ ਹੋ ਗਿਆ ਤੀਜਾ ਵੈਕਟਰ, ਆ ਪਹਿਲਾ ਸੀਗਾ, ਆ ਮੂਵ ਕਰਕੇ ਗਿਆ ਇਹ, ਮੰਨ ਲਓ, ਠੀਕ ਹੈ, ਡਿਸਪਲੇਸਮੈਂਟ ਚੇਂਜ। ਤਾਂ ਵੈਕਟਰ ਲਾ ਟ੍ਰਾਇੰਗਲ ਲਾ ਕੀ ਕਹਿੰਦਾ ਸੀ ਕਿ ਜੇਕਰ ਦੋ ਵੈਕਟਰ ਸੇਮ ਆਰਡਰ 'ਚ ਹੋਣ, ਇਹਦੀ ਡਾਇਰੈਕਸ਼ਨ 'ਤੇ ਸੇਮ ਆਰਡਰ, ਇਹਦੀ ਹੈੱਡ ਦੇ ਉੱਪਰ ਇਹਦੀ ਟੇਲ ਹੈ, ਤਾਂ ਜਿਹੜਾ ਥਰਡ ਸਾਈਡ ਹੁੰਦੀ ਹੈ ਟ੍ਰਾਇੰਗਲ ਦੀ, ਜੋ ਓਪੋਜ਼ਿਟ ਆਰਡਰ 'ਚ ਹੁੰਦੀ ਹੈ, ਉਲਟ, ਉਹ ਦੋਨਾਂ ਦਾ ਕੀ ਹੁੰਦੀ ਹੈ, ਰਿਜ਼ਲਟੈਂਟ। ਤਾਂ ਕਾਹਦੇ ਬਰਾਬਰ ਹੁੰਦੀ ਹੈ ਉਹ? ਇਹਨਾਂ ਦੋਹਾਂ ਦਾ ਰਿਜ਼ਲਟੈਂਟ ਕੀ ਬਣੂਗਾ, ਆਹ। ਤਾਂ ਇਸ ਕਰਕੇ ਇਹ R ਪਲੱਸ ਡੈਲਟਾ R ਲਿਆ ਗਿਆ। ਮੇਰੀ ਗੱਲ ਸਮਝ ਆ ਗਈ? ਚਾਹੇ ਇਹਨੂੰ ਐ ਮੰਨ ਲਓ ਵੀ ਇਹਨੂੰ R ਪਲੱਸ ਡੈਲਟਾ R ਕੱਢਿਆ, ਜਾਂ ਇਹ R ਹੈ, ਇਹ R ਪਲੱਸ ਡੈਲਟਾ R ਹੈ, ਕਿਉਂਕਿ ਇਹਨੇ ਮੂਵ ਕੀਤਾ ਕੁਛ, ਤਾਂ ਇਹਨਾਂ ਨੂੰ ਇਹਨੂੰ ਘਟਾਉਣ ਤੋਂ ਬਾਅਦ ਹੁਣ ਇਹਦੇ ਵਿੱਚੋਂ ਆਪਾਂ ਇਹਦੇ ਵਿੱਚੋਂ ਘਟਾਵਾਂਗੇ ਤਾਂ ਆ ਬਚ ਜੂਗਾ, ਦੈਟ ਇਜ਼ ਇਹ ਕੀ ਹੈ, ਡੈਲਟਾ R ਹੈ, ਠੀਕ ਹੈ। ਤਾਂ ਹੁਣ ਐਂਗੂਲਰ ਵੈਲੋਸਿਟੀ ਕਾਹਦੇ ਬਰਾਬਰ ਹੁੰਦੀ ਆਪਾਂ ਨੂੰ ਪਤਾ ਹੈ, ਡੈਲਟਾ ਥੀਟਾ ਬਟਾ ਡੈਲਟਾ T, ਠੀਕ ਹੈ। ਲੀਨੀਅਰ ਵੈਲੋਸਿਟੀ ਕੀ ਹੁੰਦੀ ਹੈ? ਉਹ ਹੁੰਦੀ ਹੈ ਆਪਣੇ ਕੋਲੇ ਚੇਂਜ ਇਨ ਡਿਸਪਲੇਸਮੈਂਟ ਬਟਾ ਚੇਂਜ ਇਨ ਟਾਈਮ, ਸਮਝ ਲੱਗੀ? ਉਹ ਹੁੰਦੀ ਹੈ ਆਪਣੇ ਕੋਲ ਚੇਂਜ ਇਨ ਡਿਸਪਲੇਸਮੈਂਟ ਬਟਾ ਚੇਂਜ ਇਨ ਟਾਈਮ। ਤਾਂ ਕਹਿੰਦਾ ਮੰਨ ਲਓ ਜਿਹੜੀ ਇਹ ਆਹ ਡੈਲਟਾ L ਕੀ ਲਿਆ ਆਪਣੇ, ਡੈਲਟਾ L ਆਹ ਜਿਹੜੀ PQ ਆਰਕ ਹੈ, PQ ਆਰਕ, ਇਹਦੀ ਲੈਂਥ ਲਈ ਹੈ, ਡੈਲਟਾ L ਇਹਦੀ ਲੈਂਥ ਲਈ ਹੈ ਆਪਾਂ ਨੇ PQ ਆਰਕ ਦੀ। ਹੁਣ ਇੱਥੋਂ ਡੈਲਟਾ T ਕਿੰਨਾ ਨਿਕਲ ਗਿਆ ਜੀ, ਇੱਥੋਂ L ਕਿੰਨਾ ਨਿਕਲ ਗਿਆ, ਡੈਲਟਾ L, ਇਹਨੂੰ ਇੱਧਰ ਗੁਣਾ ਕਰ ਦਿਓ, V ਗੁਣਾ ਡੈਲਟਾ T। ਇੱਥੋਂ ਡੈਲਟਾ ਥੀਟਾ ਕਿੰਨਾ ਨਿਕਲ ਗਿਆ ਜੀ, ਇਹਨੂੰ ਇੱਧਰ ਗੁਣਾ ਕਰ ਦਿਓ, ਓਮੇਗਾ ਗੁਣਾ ਡੈਲਟਾ T। ਹੁਣ ਸਾਨੂੰ ਪਤਾ ਹੈ ਕਿ ਪਹਿਲਾਂ ਵੀ ਲਿਖ ਚੁੱਕੇ ਆਪਾਂ, ਐਂਗਲ ਇਜ਼ ਇਕੁਅਲ ਟੂ ਆਰਕ ਅਪੋਨ ਰੇਡੀਅਸ। ਹੁਣ ਆਰਕ ਕਿੰਨੀ ਤੁਹਾਨੂੰ ਦੱਸਿਆ ਮੈंने, ਆਰਕ ਦੀ ਲੰਬਾਈ ਆਪਾਂ ਕਿੰਨੀ ਲਈ ਹੈ, ਡੈਲਟਾ T, ਰੇਡੀਅਸ ਕਿੰਨਾ ਲਿਆ ਆਪਾਂ ਨੇ, R। ਹੁਣ ਐਂਗਲ ਇਹ ਕੀ ਹੈ, ਡੈਲਟਾ ਥੀਟਾ, ਐਂਗਲ ਕੀ ਹੈ, ਹੁਣ ਇਹਦੀ ਵੈਲਿਊ ਪੁੱਟ ਕਰੋ, ਡੈਲਟਾ ਥੀਟਾ ਦੀ ਵੈਲਿਊ ਕਿੰਨੀ ਹੈ, ਆਹ ਵਾਲੀ, ਓਮੇਗਾ ਗੁਣਾ ਡੈਲਟਾ T। ਡੈਲਟਾ L ਦੀ ਵੈਲਿਊ ਕਿਹੜੀ ਹੈ, ਆਹ ਵਾਲੀ, V ਗੁਣਾ ਡੈਲਟਾ T ਬਟਾ ਕੀ ਹੈ ਸਾਡੇ ਕੋਲੇ, R, ਠੀਕ ਹੈ, V ਗੁਣਾ ਡੈਲਟਾ T ਬਟਾ R ਆ ਗਿਆ। ਉਸ ਤੋਂ ਬਾਅਦ ਡੈਲਟਾ T ਨਾਲ ਡੈਲਟਾ T ਕੈਂਸਲ ਹੋ ਗਿਆ, ਕੀ ਬਚ ਗਿਆ, ਓਮੇਗਾ ਇਜ਼ ਇਕੁਅਲ ਟੂ V ਬਟਾ R। ਇਹਨੂੰ ਇੱਧਰ ਗੁਣਾ ਕਰ ਦਿਓ ਤਾਂ V ਇਜ਼ ਇਕੁਅਲ ਟੂ ਓਮੇਗਾ R। ਦਿਸ ਇਜ਼ ਦਾ ਰਿਲੇਸ਼ਨਸ਼ਿਪ ਬਿਟਵੀਨ, ਇਹ ਕੀ ਹੈ, ਲੀਨੀਅਰ ਵੈਲੋਸਿਟੀ, ਇਹ ਕੀ ਹੈ, ਐਂਗੂਲਰ ਵੈਲੋਸਿਟੀ। ਦਿਸ ਇਜ਼ ਦਾ ਰਿਲੇਸ਼ਨਸ਼ਿਪ ਬਿਟਵੀਨ ਲੀਨੀਅਰ ਵੈਲੋਸਿਟੀ ਐਂਡ ਐਂਗੂਲਰ ਵੈਲੋਸਿਟੀ, ਠੀਕ ਹੈ। ਕੀਤਾ ਕੀ ਹੈ, ਕੁਛ ਵੀ ਨਹੀਂ ਕੀਤਾ। ਐਂਗੂਲਰ ਵੈਲੋਸਿਟੀ ਦਾ ਫਾਰਮੂਲਾ ਸਾਨੂੰ ਪਤਾ ਹੈ, ਲੀਨੀਅਰ ਵੈਲੋਸਿਟੀ ਦਾ ਫਾਰਮੂਲਾ ਪਤਾ ਹੈ, ਡੈਲਟਾ L ਕੀ ਹੈ, ਇਹ ਆਰਕ ਦੀ ਲੰਬਾਈ ਹੈ, PQ ਦੀ ਲੰਬਾਈ ਲਈ ਆਪਾਂ ਨੇ। ਇਹਨੂੰ ਇੱਥੋਂ ਡੈਲਟਾ ਥੀਟਾ ਕੱਢ ਲਿਆ, ਇੱਧਰ ਗੁਣਾ ਕਰਕੇ, ਇੱਧਰ ਡੈਲਟਾ L ਕੱਢ ਲਿਆ, ਇੱਧਰ ਗੁਣਾ ਕਰਕੇ, ਫਿਰ ਆਪਾਂ ਨੂੰ ਆਹ ਫਾਰਮੂਲਾ ਪਤਾ ਹੈ ਕਿ ਐਂਗਲ ਇਜ਼ ਇਕੁਅਲ ਟੂ ਆਰਕ ਅਪੋਨ ਰੇਡੀਅਸ, ਵੈਲਿਊ ਪੁੱਟ ਕਰਤੀ, ਡੈਲਟਾ ਥੀਟਾ ਦੀ ਵੈਲਿਊ ਇੱਥੋਂ ਪੁੱਟ ਕੀਤੀ ਹੈ, ਡੈਲਟਾ L ਦੀ ਵੈਲਿਊ ਇੱਥੋਂ ਪੁੱਟ ਕੀਤੀ ਹੈ, ਡੈਲਟਾ T ਨਾਲ ਡੈਲਟਾ T ਕੱਟ ਗਿਆ, ਜੋ ਬਚ ਗਿਆ ਉਸ ਤੋਂ ਬਾਅਦ ਇਹਨੂੰ ਗੁਣਾ ਕਰਤੀ ਤਾਂ V ਇਜ਼ ਇਕੁਅਲ ਟੂ
ओमेगा आर बच गया अपने को। हुण कहना डायरैक्शन किधर नूं होगी, वी की डायरैक्शन किधर नूं होगी, कहना वैन डेल्टा टी अप्रोचिज टू जीरो। हुण आपां नूं पता है वी की डायरैक्शन किधर, जे तुहानूं याद करो मैं तुहानूं करवाया सीगा जब अपने फस्ट चैप्टर किया सैकेंड यूनिट का, सॉरी सैकेंड चैप्टर किया, तो जे कोई चीज़ गोल रस्ते च घूमती हो तो इत्थे है मान लो, जे इत्थे अपने विलोसिटी की डायरैक्शन कड्ढनी हो तो किवें कड्ढांगे, लीनियर विलोसिटी डायरैक्शन। तो तुहानूं दस्सिया सी मैंने कि उस पॉइंट तो स्पर्श रेखा जिन्होंने अंग्रेजी बोलते हैं टेंजेंट, जे इत्थे पता करनी मान लो इधर नूं घूम रहे इस तरह एंटी क्लॉकवाइज घूम रहे, तो इत्थे पता करनी तो इत्थे। तो यही गल इन्हें कही है, कहना जे डेल्टा टी जीरो हो, डेल्टा टी की हो जीरो, डेल्टा टी जीरो का मतलब की है कि वो चले ही नहीं इत्थों, इसे पॉइंट ती है एक थां ती खड़ा है, तो एक घूम रहा है पर हले नूं अपनी जगह नहीं बदली, तो ये इधरों हो जे इत्थे थोड़ी जी भी जगह बदली तो इत्थे फिर स्पर्श रेखा की बन जूगी आ वाली, जे थोड़ी जी भी जगह बदली तो इत्थे स्पर्श रेखा की बन जूगी आ वाली। ठीक है, क्योंकि सर्कुलर पाथ दे विच जिहड़ी लीनियर वेलोसिटी है उसदी डायरैक्शन लगातार बदलती रहती है, इस करके ना वी की डायरैक्शन लगातार बदलती रहती है। समझ लग गई जी मेरी गल। तो यदा मतलब जी वेलोसिटी की डायरैक्शन है वह पी क्यू के नाल होगी, अलॉन्ग पी क्यू के अलॉन्ग होगी, टेंजेंट टू पी क्यू, आप कह लो टेंजेंट टू पी क्यू के टेंजेंट वाल है। ठीक है, तो समझ लग गया हम थोड़ा इस तक। इस तो अगला टॉपिक साढ़े कोल की है एंगूलर एक्सेलरेशन। एंगूलर एक्सेलरेशन, तो पहला भी अपने एक्सेलरेशन टर्म सुनी है। ठीक है, वो सीगा लीनियर एक्सेलरेशन, ये हैगा एंगूलर एक्सेलरेशन। तो लीनियर की सीगा रेट ऑफ चेंज ऑफ वेलोसिटी विद रिस्पैक्ट टू टाइम, ये भी वही है रेट ऑफ चेंज ऑफ एंगूलर वेलोसिटी विद रिस्पैक्ट टू टाइम। तो इनू लिखण वास्ते जिहड़ा शब्द है वो आप यूज़ करते हैं अल्फा, अल्फा। ठीक है, की होगा एंगूलर वेलोसिटी अपॉन टाइम, एंगुलर वेलोसिटी की है ओमेगा, टाइम की है टी। तो चाहे तो इन्हू इस तरह लिख दो डेल्टा ओमेगा अपॉन डेल्टा टी लिख दो। ठीक है, ਜਾਂ ਇਹਨੂੰ ਆਪਾਂ लिख दें ਹੁੰਦੇ, ਤੁਹਾਨੂੰ याद होगा आप लिखा ਸੀਗਾ इनस्टंटेनियस वास्ते कि जे डेल्टा टी अप्रोचिज टू जीरो तो डेल्टा ओमेगा बटा डेल्टा टी, याद करो ये अपने लिखा सी सैकेंड चैप्टर यूनिट 2 के, डी ओमेगा बटा डी टी, समॉल चेंज इन कि टाइम जोड़ा है वो जीरो है, लगभग चेंज जोड़ा है जीरो है, तो डी ओमेगा अपॉन डी टी। ये सिर्फ लिखण के तरीके ने, इनू इत्थे ज़्यादा जोर देने की गल नहीं, बस अपने समझना कि एंगुलर वेलोसिटी बटा की हुंदा है टाइम, हुंदा टाइम इंटरवल हुंदा है। हुण इहदा डायमेंशनल फार्मूला की होगा, हुण उपर की है डेल्टा ओमेगा, इहदा डायमेंशनल फार्मूला की सीगा टी माइनस वन, एम जीरो एल जीरो टी माइनस वन, नीचे फिर टी है तो ये टी भी उपर चला जाऊगा माइनस वन कितना हो गया टी दी पावर माइनस टू, जिन्हों आप लिखांगे एम जीरो एल जीरो टी माइनस टू। यूनिट की होगी यदि यूनिट सी रेडियन पर सैकेंड, ये एक टाइम हो रहा गया तो बन गया रेडियन पर सैकेंड स्केयर। ठीक है, हुण आप कढ़ना फिर उवें रिलेशन बिटवीन लीनियर एक्सेलरेशन एंड एंगुलर एक्सेलरेशन, मतलब ए एंड अल्फा के विचाले, इनू बोलते हैं अल्फा, इनू बोलते हैं ओमेगा, ये नाम है ओमेगा, ये नाम है अल्फा, जिन्होंने आप लिखें अल्फा, चाहे तो इस तरह लिख लो चाहे इस तरह लिख लो अल्फा। हाँ जी, हुण सानू एक चीज़ पता है कि ए बराबर काहदे हुंदा है, ए बराबर हुंदा डी वी बटा डी टी दे फार्मूला अपने चैप्टर नंबर 2 च कीता सी इस यूनिट दे। हुण वी अपने उपर ही कढ़िया हुणे की कढ़िया वी बराबर ओमेगा आर, ये अपने फार्मूला हुणे कढ़िया। ਇਹਦੇ ਵਿੱਚੋਂ ਇਹਨੂੰ ਕੀ ਬੋਲਦੇ ਨੇ, ਤੁਹਾਨੂੰ याद होगा ਇਹਨੂੰ बोलते हैं डिफरेंशिएशन। आ ਜਿਹੜਾ डी अपॉन डी टी ਜਿਹੜਾ ਤਰੀਕਾ ਇਹਨੂੰ बोलते हैं डिफरेंशिएशन। ਇਹ मैथ की एक टर्म है जो ਤੁਹਾਡੇ ਕੋਲੇ +2 ਚ ਆਊਗੀ।
ਹੁਣ ਇਹਦੇ ਵਿੱਚ ਕੀ ਹੈ, डी ओमेगा बटा dt ਦਾ ਅੰਦਰ ਰੱਖ ਲਿਆ, आर बाहर रख लिया। ये आर क्यों रखिया बाहर, ये अंदर जिहड़ी चीज़ अंदर रखी जाती है वो चीज़ हुंदी जिहड़ी चेंज हुंदी है समय नाल। आर जिहड़ा है रेडियस है, रेडियस किसी भी चक्कर दा सर्कल दा वो कॉन्सटेंट हुंदा है, वो वाधा घटदा नहीं हुंदा। पर ओमेगा की है, ये चेंज हुंदी है, तो डी दे नाल वो चीज़ लगू जिहड़ी चेंज हो रही है समय नाल। तो ए इज इक्वल टू डी ओमेगा बटा डी टी, इनू बोलांगे हुण अल्फा। आपने देखो की लिखा जी उपर आ पे, डी ओमेगा अपॉन डी टी इज इक्वल टू अल्फा इंटू की आ गया आर, तो ए इज इक्वल टू की आ गया अल्फा आर। सो दिस इज द रिलेशन बिटवीन लीनियर एक्सेलरेशन एंड एंगुलर एक्सेलरेशन। उम्मीद है थोड़ा मेरी गल है जी वो समझ आ गई होनी। ठीक है, इस तो बाद साढ़े को टर्म है यूनीफॉर्म सर्कुलर मोशन। यूनीफॉर्म सर्कुलर मोशन, ठीक है, एक ही चीज़ होंगी है। तो पहला भी आप यूनीफॉर्म मोशन किया, इसमें याद हो कि वैन ए बॉडी कवर इक्वल डिसप्लेसमेंट या इक्वल डिस्टेंस इन इक्वल इंटरवल ऑफ टाइम। तो जो इक्वल डिसप्लेसमेंट तय करे इक्वल इंटरवल ऑफ टाइम के यूनीफॉर्म मोशन कहा सीगा। ये भी उही चीज़ है कि वैन ए बॉडी इज मूविंग इन सर्कुलर पाथ एंड कवर इक्वल डिस्टेंस ऑन सरकमफ्रेंस, चक्कर के सरकमफ्रेंस के उपर, सरकमफ्रेंस के उपर बराबर बराबर दूरी तय करे कि मान लो टी समय एक सकेंट इन्ना तय किया थीटा, अगले एक सकेंट जो थीटा तय किया वह भी सेम है, अगले एक सकेंट जो तय किया वह भी सेम है। ठीक है, जां आपां कहिए भी एक सकेंट जिन्ना सरकमफ्रेंस से डिस्टेंस तय किया, जिन्ना अगले एक सकेंट किया, जिन्ना अगले एक सकेंट किया, तिन्ने बराबर ने। ये तो इन्हूं आपां बोलांगे यूनीफॉर्म सर्कुलर मोशन। ठीक है, सो ये वास्ते कुछ टर्म्स ने, जिमें एक टर्म हैगी टाइम पीरीयड, इस मोशन मतलब वर्ना रिलेटेड कुछ टर्म ने। टाइम पीरीयड, हुण ये तो नाम तो ही पता लग रहा है टी, टाइम पीरीयड की होगा, टाइम टेकन टू कंप्लीट वन रेवोल्यूशन, एक चक्कर नूं पूरा करन च लग्या होया समा, उन्होंने आपां की बोलांगे टाइम पीरीयड। ठीक है, तैनूं आपां टी अखर नाल लिखांगे, यूनिट की होगी टाइम पीरीयड, यूनिट हुंदी है सैकेंड। दूजा साडे कोल हैगा फ्रीकुएंसी, फ्रीकुएंसी ये वास्ते एक अखर वरते जाता न्यू, इस तरह वी नहीं हैगा ये न्यू। ये की हुंदा है, नंबर ऑफ सर्कल्स या रेवोल्यूशंस कंप्लीटेड इन 1 सेकेंड, कि कोई बॉडी किन्ने चक्कर पूरे करती है 1 सेकेंड कह दें, या 1 यूनिट टाइम, 1 यूनिट टाइम। 1 यूनिट मतलब 1 सेकेंड भी हो सकता है, 1 मिनट भी हो सकता है। आप किनू मन्ने, यूनिट किनू मन्ने, आपने सकेंट नूं मन्ने, मिनट नूं मन्ने, घंटे नूं मन्ने। वैसे आम तौर पर आप 1 सेकेंड मन के चलते हैं, क्योंकि अपनी जी यूनिट स्टैंडर्ड यूनिट की है वो सेकेंड है। ठीक है, तो नंबर ऑफ रेवोल्यूशन कंप्लीटेड इन 1 सेकेंड आप बोलांगे न्यू, भी 1 सेकेंड च किन्ने चक्कर पूरे करते। जिमें कोई बॉडी घूम रही है, मान लो पक्खा जोड़ा है अपना पक्खा घूम रहा है, तो पक्खा जो 1 सेकेंड च 10 गेड़े दे गया, तो वो जी फ्रीकुएंसी है न्यू है वो की होगी 10 होगी। जे 20 गेड़े दे गया तो वही फ्रीकुएंसी की होगी 20 होगी। तो यदि यूनिट का नाम की होगा, हुण यदि यूनिट का नाम है हर्ट्ज। एक विग्यानिक सीगे हर्ट्ज, उन्हों के नाम से यदि यूनिट का नाम जो है हर्ट्ज पे है। ठीक है, हुण ये दोनों चीज़ां जिहड़ियां ने आपस जुड़ियां हुई ने, टाइम पीरियड ते फ्रीकुएंसी। किवें देखो, जेकर कोई एक बॉडी मान लो अद्धे सकेंट च एक चक्कर पूरा करती है, वह टाइम पीरियड कितना मान लो, लैट टाइम पीरियड कितना है, अद्धा सकेंट, अद्धा सकेंट, तो वह 1 सेकेंड दे विच किन्ने चक्कर पूरे करूगी, 2, क्योंकि अद्धे सकेंट च 1 लाया तो 1 सकेंट च किन्ने लाए, 2। हुण जे इहनूं पुट्ठा पढ़ीए
कि जेकर फ्रीकुएंसी 2 है मतलब कि वो 1 ਸਕਿੰਟ 'ਚ 2 ਚੱਕਰ ਲਾ ਰਹੀ है, ਇਹਦਾ मतलब वो 1 ਚੱਕਰ ਕਿੰਨੇ ਸਮੇਂ ਚਲਾ ਰਹੀ है, 1 ਚੱਕਰ ਕਿੰਨੇ ਚਲਾ ਰਹੀ है, ਜੇ 1 ਸਕਿੰਟ 'ਚ 2 ਲਾ ਰਹੀ है तो 1 ਚੱਕਰ ਕਿੰਨੇ ਚਲਾ ਰਹੀ है, ਅੱਧੇ ਸਕਿੰਟ 'ਚ, यानी कि 0.5 ਸੈਕਿੰਡ। मेरी गल समझ आई? ध्यान नाल दोबारा सुनो। पहला आप टाइम पीरियड तो चलते हैं कि जे एक बॉडी का समा चक्कर लाउण दा वो अद्धा सकिंट है, 0.5 सैकेंड है, तो वो 1 सकिंट च किन्ने चक्कर लाऊगी, 2 लाऊगी। ठीक है, मतलब जे मैनू टाइम पता है भी कितना टाइम पीरियड ले रही है तो मैनू तो उसकी फ्रीकुएंसी कड्ढती मैंने, जे 1 सकिंट च अद्धे सकिंट च 1 लाया तो 1 सकिंट च 2 लाए, मतलब उसकी फ्रीकुएंसी निकल गई मेरे तो। किवें निकली है आप वही देखते हैं। जे मैनू फ्रीकुएंसी पता है कि कोई बॉडी 1 सकिंट च 2 चक्कर ला रही है तो वह टाइम पीरियड कितना हो गया, मतलब 1 चक्कर किन्ने समय चला रही है, 1/2 अद्धे सकिंट च। तो यदा मतलब तुसीं ये देखो कि टाइम पीरियड ते फ्रीकुएंसी एक दूजे दे उल्ट ने। जे ये अद्धा सी तां जे टाइम पीरियड सीगा अद्धा तो फ्रीकुएंसी कितनी होगी, 1/2, 1/2 ये उपर चला जाऊगा 2। जां जे फ्रीकुएंसी 2 सी तो टाइम पीरियड कितना हो गया, अद्धा। तो जे इहदा मतलब की है कि मैंने फ्रीकुएंसी पता तो मैं टाइम पीरियड कढ लूँगा, जो टाइम पीरियड पता फ्रीकुएंसी। तो इन्हां च आपस च रिलेशन की है, आपस च रिलेशन की है एक दूजे दे की ने ये उल्ट ने। ये इकल्ला सिर्फ 1 ते 2 वास्ते लागू नहीं हुंदा, जिथे जो मर्जी लगा लो। जे मान लो एक बॉडी 0.1 सकिंट च चक्कर कढ रही है, 0.1 सकिंट च, तो फ्रीकुएंसी कितनी होगी, 0.1 सकिंट का मतलब हो गया 1 सकिंट का 10वां हिस्सा, 1 सकिंट का 10वां हिस्सा। तो फ्रीकुएंसी कितनी होगी, 1/t, यानी कि 1/1/10 ये ऊपर चला जाऊगा तो 10 हर्ट्ज। ठीक है, जे फ्रीकुएंसी 10 है, 10 चक्कर ला रहे तो टाइम पीरियड कितना होगा, 1/10, 0.1। ठीक है, तो एक दूजे के उल्ट ने, रेसिप्रोकल ने। तो जी हर्ट्ज है उन्होंने आप सैकेंड इनवर्स भी कह दें, टाइम पीरियड के उल्ट। टाइम पीरियड की सैकेंड है तो टाइम पीरियड के उल्ट 1/2 सैकेंड इनवर्स। ठीक है जी, अगला साडे कोल जिहड़ा टॉपिक है वो है रिलेशन बिटवीन एंगुलर वेलोसिटी, फ्रीकुएंसी एंड टाइम पीरियड। रिलेशन बिटवीन angular velocity that is omega, frequency that is nu and time period that is t। इन्हां तीनों च की रिलेशन है। हुण आपां नूं पता है वेलोसिटी काहदे बराबर है, डिसप्लेसमेंट, एंगुलर डिसप्लेसमेंट बटा टाइम पीरियड, कितना टाइम लग्या। हुण ये जिहड़ा एंगल है एक चक्कर च कितना हुंदा है, पूरे एक चक्कर च 360 डिग्री हुंदा है। ठीक है, 360 नूं आपां की लिख दिंदे हां 2 पाई, पाई मतलब 180 डिग्री। तो एक चक्कर वास्ते पहले मैं छोटा टी लिखा है, मतलब टाइम जिन्ना भी लग्या, पर मैं की कहा एक चक्कर एंगल एक चक्कर का लिया, तो एक चक्कर का टाइम कितना हुंदा है, टी टाइम पीरियड, टाइम टेकन टू कंप्लीट 1 रेवोल्यूशन। तो मैंने फिर की किया है, स्मॉल टी नूं कैपीटल टी च चेंज किया है। जे थीटा 1 पाई है, सॉरी 2 पाई है, मतलब एक चक्कर पूरा किया। ठीक है, एक चक्कर दे विच जिहड़ा एंगल है, एक चक्कर च पूरा एंगल है जिहड़ा वो 2 पाई का बनता है। तो एक चक्कर नूं पूरा करन च समा कितना लगता है, टाइम पीरियड कैपीटल टी। तो इनू आप लिख सकते हैं 2 पाई 1/t जां 2 पाई 1/t की है न्यू, यानी कि 2 फार्मूले बन गए। एक तो बन गया ओमेगा बराबर है 2 पाई/t, जे ओमेगा नूं टी नाल जोड़ना है, जे न्यू नाल जोड़ना है तो 1/t की हुंदा न्यू, तो ओमेगा बराबर है 2 पाई/t या 2 पाई न्यू। ठीक है जी, और तक समझ आ गया उम्मीद करदा तुहानूं। तो ये साडे कोल सीगा लास्ट टॉपिक साडा इस यूनिट का, सैकेंड यूनिट का। तो इस नाल साडी जिहड़ी सैकेंड यूनिट खत्म हो गई। तो हुण तुसीं इहनूं वीडियो नूं ध्यान नाल देख के समझ लो, कापियां पूरियां कर लो अपनियां,
ठीक है। तो टैस्ट की तैयारी करो दब के। तो नैक्सट वीडियो तुहानूं मैं जल्दी भेजूँगा 3rd यूनिट की, और नाल तुसीं कापियां दे उपर करी जानी है। ठीक है। उम्मीद है तुहानूं समझ आ गया हो, जे नहीं समझ आ गया तो दोबारा वीडियो देखो, जे फिर भी समझ नहीं आंदा तो मैनूं फोन कर लो। थैंक यू।